आओ रल के फिर एक वारी उस परमात्मा परम पिता ਨੂੰ ਪਹਿਲਾਂ ਯਾਦ ਕਰਾਂਗੇ ਆਪਣੇ ਜ਼ਿੰਦਗੀ ਵਿੱਚ ਇਸ ਘੜੀ ਨੂੰ ਅਹਿਮੀਅਤ ਰੱਖਦੇ ਹੋਏ ਕਿ ਇਹ ਘੜੀ ਅਸੀਂ ਸੰਗਮ ਯੁੱਗ ਵਿੱਚ ਪਹੁੰਚ ਗਏ ਹਾਂ। ਅਸੀਂ ਅਕਾਲ ਪੁਰਖ ਨੂੰ ਜਾਣ ਚੁੱਕੇ ਹਾਂ। ਅਸੀਂ ਆਪਣੇ ਆਪ ਨੂੰ ਆਤਮਾ ਪਹਿਚਾਣ ਚੁੱਕੇ ਹਾਂ ਅਤੇ ਅਸੀਂ ਗੋਬਿੰਦ ਮਿਲਨ ਮਨਾ ਰਹੇ ਹਾਂ, ਰਾਜਯੋਗ ਕਰ ਰਹੇ ਹਾਂ। ਮਤਲਬ ਕਿ ਮੈਂ ਆਤਮਾ ਅਕਾਲ ਪੁਰਖ ਨੂੰ ਮਿਲ ਰਹੇ ਹਾਂ ਅਤੇ ਉਸ ਦੀ ਯਾਦ ਵਿੱਚ, ਉਸ ਦੀ ਸਿਮਰਨ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਠੀਕ ਕਰ ਰਹੇ ਹਾਂ ਅਤੇ ਇਸ ਖਿਆਲ ਨੂੰ ਲੈ ਕੇ ਅਸੀਂ ਚੱਲ ਰਹੇ ਹਾਂ ਅਤੇ 6ਵੀਂ ਪੌੜੀ ਜਪਜੀ ਸਾਹਿਬ 'ਤੇ ਪਹੁੰਚ ਚੁੱਕੇ ਹਾਂ ਅਤੇ ਇੱਥੇ ਤੀਰਥ ਨਾਵਾਂ ਜੇਤਿਸ ਪਾਵਾਂ ਵਿਨ ਪਾਣੇ ਕੀ ਨਾਏ ਕਰੀ ਜੇਤੀ ਸਿਰ ਟੁਪਾਈ ਵੇਖਾ ਵਿਨ ਕਰਮਾ ਕੀ ਮਿਲੇ ਲਈ। ਇੱਥੇ ਤੱਕ ਅਸੀਂ ਕਰ ਚੁੱਕੇ ਹਾਂ ਕਿ ਆਪਣੇ ਕਰਮ ਨੂੰ ਦੇਖਣਾ ਪਏਗਾ। ਵਿਨ ਅੱਛੇ ਕਰਮ ਤੋਂ ਬਿਨਾਂ ਅਸੀਂ ਕੁਛ ਨਹੀਂ ਪਾ ਸਕਦੇ ਅਤੇ ਅੱਛੇ ਕਰਮ ਵੀ ਉਸ ਦੀ ਯਾਦ ਵਿੱਚ ਹੀ ਹੋ ਸਕਦੀ ਹੈ। ਕਿਸੇ ਨੂੰ ਖੁਸ਼ ਕਰਨਾ, ਕਿਸੇ ਦੇ ਦਿਲ ਨੂੰ ਭਾਣਾ, ਅਕਾਲ ਪੁਰਖ ਦੇ ਨੂੰ ਖੁਸ਼ ਕਰਨਾ, ਉਸ ਨੂੰ ਭਾਣਾ ਅਸੀਂ ਤਾਂ ਕਰ ਪਾਵਾਂਗੇ ਜੇ ਅਸੀਂ ਉਸ ਕੋਲ ਹੀ ਸ਼ਕਤੀ ਲਵਾਂਗੇ। ਅਤੇ ਅੱਗੇ ਟੁਰੀਏ ਫਿਰ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। In listening and obeying even his one word, ਗੁਰੂ ਦੀ ਇੱਕ ਗੱਲ ਵੀ ਅਸੀਂ ਸੁਣ ਲਈਏ। Guru Ji says our mind is bejeweled and preciously adorned, for thus we have his divine qualities embodied, a reminder to live the Mool Mantra, his qualities. ਮੱਤ ਵਿੱਚ ਰਤਨ ਜਵਾਹਰ ਮਣਿਕ, ਮਣ ਦੇ ਵਿੱਚ ਗੁਰੂ ਜੀ ਕਹਿ ਰਹੇ ਨੇ ਇੱਕ ਕਿਤਨਾ ਖੂਬਸੂਰਤ ਤਰੀਕੇ ਨਾਲ ਇਹ ਸੈਂਟੈਂਸ ਯੂਜ਼ ਕੀਤਾ ਗਿਆ, ਰਤਨ ਜਵਾਹਰ ਮਣਿਕ। ਮਤਲਬ ਇੱਕ ਇੰਨੀ ਕੀਮਤੀ ਸਾਡੇ ਮਨ ਹੈ, ਸਾਡੀ ਮਨ ਇੰਨੀ ਕੀਮਤੀ ਹੈ ਜੇ ਅਸੀਂ ਇੱਕ ਗੁਰੂ ਦੀ ਗੱਲ ਨੂੰ ਸਮਝੀਏ। ਮਤਲਬ ਗੁਰੂ ਦੀ ਗੱਲ ਅਤੇ ਪਰਮਾਤਮਾ ਦੇ ਗੁਣ, ਪਰਮਾਤਮਾ ਦੀ ਗਿਆਨ, ਪਰਮਾਤਮਾ ਦੀ ਵਿਆਖਿਆ, ਪਰਮਾਤਮਾ ਦੀ ਵਿਚਾਰ ਇੰਨੀ ਜ਼ਬਰਦਸਤ ਰਤਨ ਹੈ, ਹੀਰਾ ਹੈ, ਰਤਨ ਜਵਾਹਰ ਹੈ ਜੋ ਅਸੀਂ ਇਸ ਨੂੰ ਸੰਭਾਲੀਏ, ਇਸ ਨੂੰ ਕਦੀ ਛੱਡਣਾ ਨਹੀਂ ਹੈ। ਜਿਵੇਂ ਸਾਡੇ ਕੋਲ ਹੀਰਾ ਹੋਏ ਹੱਥ ਵਿੱਚ, ਅਸੀਂ ਕਿਸੇ ਨੇ ਸਾਨੂੰ ਇੱਕ ਬੜਾ ਵੱਡਾ ਹੀਰਾ ਦਿੱਤਾ, ਅਸੀਂ ਕਿਵੇਂ ਉਸ ਨੂੰ ਪਕੜ ਕੇ ਰੱਖਾਂਗੇ, ਉਹਨੂੰ ਗਿਰਾਵਾਂਗੇ, ਉਹਨੂੰ ਕਦੀ ਕਿਸੇ ਨੂੰ ਮਤਲਬ ਕਿ ਗਲਤੀ ਨਾਲ ਦਿਖਾਵਾਂਗੇ ਪਰ ਛੁੱਟੇ ਨਾ ਹੱਥੋਂ, ਗੁੰਮ ਨਾ ਹੋਏ, ਅਸੀਂ ਬਹੁਤ ਧਿਆਨ ਰੱਖਾਂਗੇ ਨਾ। ਅਤੇ ਇਸੇ ਤਰ੍ਹਾਂ ਗੁਰੂ ਦੀ ਗੱਲ, ਗੁਰੂ ਦੀ ਸਿੱਖਿਆ, ਗੁਰਬਾਣੀ, ਅਕਾਲ ਪੁਰਖ ਦੀ ਜੋ ਅਸੀਂ ਸੁਣਦੇ ਹਾਂ ਮੂਲ ਹੈ, ਇਹ ਹੀਰਾ ਹੈ, ਇਹ ਰਤਨ ਹੈ, ਇਹਨੂੰ ਪਕੜ ਕੇ ਰੱਖੀਏ ਅਤੇ ਰੋਜ਼ ਇਸ ਨੂੰ ਆਪਣੇ ਅੰਦਰ ਮਤਲਬ ਕਿ ਰਿਫਰੈਸ਼ ਕਰਨਾ ਕਿ ਮੇਰੇ ਕੋਲ ਇਹ ਹੈਗਾ, ਮੇਰੇ ਕੋਲ ਇਹ ਹੈਗਾ ਕਿ ਮੇਰੇ ਮਨ ਦੇ ਵਿੱਚ, ਮੱਤ ਦੇ ਵਿੱਚ ਮੈਂ ਪਾ ਲਿਆ ਇਹ ਗਿਆਨ, ਇਹ ਗਹਿਰਾਈ। ਮੈਂ ਹੀ ज्योति बिंदु आत्मा हूँ, मैं ही उस अकाल पुरख की बच्ची हूँ और मैं उसनू जान लिया जो सारी दुनिया उसनू खोज रही है। ये बड़ी वड्डी गल है। इसनू असी पकड़ के रखिए, इसनू मन विच असी पकड़ के रखांगे फिर गुरा एक दे बुझाए। मतलब एक गल जे असी असी सुनांगे, सिखांगे, फिर बहुत फल असी जिंदगी विच पावांगे। इस तो अगे दी पंक्ति है, गुरा एक दे बुझाई सबना जियां का एक दाता सो मैं विसर न जाई। वो जो 5वीं पौड़ी की एंडिंग ते ही फिर दोबारा रिपीट किया गया है ये 2-3 लाइन, गुरा एक दे बुझाई। मतलब गुरु की एक गल जे असी बुझ लिया, समझ लिया, फिर असी समझांगे कि सबना जियां का एक दाता सो मैं विसर न जाई। 5वीं पौड़ी के एंडिंग ते भी इहो पंक्ति बोले सन। मतलब गुरु ने इस 2 लाइनां नूं कितनी अहमियत दिती है कि असी कि 2 वारी इकट्ठा 2 पौड़ियां दे एंडिंग ते
क्योंकि एक एक पौड़ी ਦੀ ਜੋ ਲਾਸਟ ਲਾਈਨ ਹੁੰਦੀ ਹੈ ਉਹ ਬਹੁਤ ਗਹਿਰਾ ਹੁੰਦੀ, ਕਿਉਂਕਿ ਉਸ ਦੇ ਵਿੱਚ ਸਾਰੀ ਰਾਜ਼ ਹੁੰਦੀ ਹੈ। ਹਰ ਇੱਕ ਬਾਣੀ ਦੀ ਪੰਕਤੀ ਵਿੱਚ ਆਪਾਂ ਪਹਿਲਾਂ ਉਸ ਦੀ ਪੁਆਇੰਟਸ ਹੋਣਗੇ ਜੋ ਗੁਰੂ ਕਵਰ ਕਰਨਾ ਚਾਹੁੰਦੇ ਨੇ ਉਸ ਪੌੜੀ ਦੇ ਵਿੱਚ ਜਾਂ ਉਸ ਪੰਕਤੀਆਂ ਦੇ ਵਿੱਚ, ਅਤੇ ਲਾਸਟ ਲਾਈਨ ਵਿੱਚ ਉਹ ਨਿਚੋੜ ਦੱਸਣਗੇ, ਤਰੀਕਾ ਦੱਸਣਗੇ ਕਿ ਕਰਨਾ ਕੀ ਹੈ। ਅਤੇ ਮੋਸਟਲੀ ਗੁਰਬਾਣੀ ਦੀ ਹਰ ਇੱਕ ਲਾਸਟ ਲਾਈਨ ਵਿੱਚ ਨਾਨਕ ਨਾਮ ਲੈ ਕੇ ਨਾਮ ਦੀ ਗੱਲ ਹੁੰਦੀ ਹੈ, ਮਤਲਬ ਰੱਬ ਨੂੰ ਯਾਦ ਕਰਨ ਦਾ। ਮਤਲਬ ਸਾਰੇ ਕੁਛ ਜ਼ਿੰਦਗੀ ਵਿੱਚ ਜੋ ਵੀ ਪ੍ਰੋਬਲਮ ਹੈ, ਜੋ ਵੀ ਗੱਲ ਅਸੀਂ ਕਰ ਰਹੇ ਹਾਂ, ਵਿਚਾਰ ਰਹੇ ਹਾਂ, ਖੋਜ ਕਰ ਰਹੇ ਹਾਂ, ਉਸ ਦਾ ਫਲ ਕੀ ਹੈ? ਇੱਕ ਓਂਕਾਰ, ਇੱਕ ਪਰਮ ਪਿਤਾ, ਇੱਕ ਪਰਮਾਤਮਾ। ਅਤੇ ਇੱਥੇ ਵੀ ਫਿਰ ਗੁਰੂ ਯਾਦ ਦਿਲਾ ਰਹੇ, ਇੱਕ ਗੱਲ ਯਾਦ ਰੱਖਣਾ, ਗੁਰਾ ਇੱਕ ਦੇ ਬੁਝਾਈ, ਮਤਲਬ ਇੱਕ ਗੱਲ ਨੂੰ ਪਕੜ ਕੇ ਰੱਖਣੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਸਾਰੇ ਆਤਮਾएं, ਭਾਵੇਂ ਅਸੀਂ ਕ੍ਰਿਸਚੀਅਨ ਹਾਂ, ਮੁਸਲਿਮ ਹਾਂ, ਹਿੰਦੂ ਹਾਂ, ਜੋ ਵੀ ਧਰਮ ਵਿੱਚ ਹੈ, ਜੈਨ ਹਾਂ, ਬੁੱਧਿਸਟ ਹਾਂ, ਜਾਂ ਫਿਰ ਥਾਈ ਹਾਂ, ਰਸ਼ੀਅਨ ਹਾਂ, ਅਮਰੀਕਨ ਹਾਂ, ਕੋਈ ਵੀ ਦੇਸ਼ ਨਿਵਾਸੀ ਹੋ, ਚਾਈਨੀਜ਼ ਹਾਂ, ਆਸਟ੍ਰੇਲੀਅਨ ਹਾਂ, ਅਫਰੀਕਨ ਹਾਂ, ਜੋ ਵੀ, ਅਸੀਂ ਫਿਰ ਵੀ ਉਸ ਦੀ ਆਤਮਾ, ਅਸੀਂ ਫਿਰ ਵੀ ਆਤਮਾ, ਅਸੀਂ ਸਾਰੇ ਫਿਰ ਵੀ ਉਸ ਇੱਕ ਤੋਂ ਆਏ ਹਾਂ, ਉਸ ਪਰਮਧਾਮ ਪਰਮਾਤਮਾ ਦੇ ਘਰ ਤੋਂ ਆਏ ਹਾਂ। ਕਿਉਂਕਿ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਬੋਲ ਰਹੇ ਨੇ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਇਸ ਵਾਸਤੇ ਇਸ ਗੱਲ ਨੂੰ ਕਦੀ ਨਾ ਅਸੀਂ ਭੁੱਲੀਏ ਕਿ ਅਸੀਂ ਸਾਰੇ ਉਸ ਇੱਕ ਦੇ ਹਾਂ। ਕਦੀ ਨਾ ਇਸ ਗੱਲ ਨੂੰ ਆਪਾਂ ਭੁੱਲੀਏ, ਮਤਲਬ ਕਿ ਯਾਦ ਰੱਖੀਏ ਕਿ ਮਨ ਵਿੱਚ, ਮਤ ਵਿੱਚ ਮਤਲਬ ਮਤ ਦੀ ਗੱਲ ਹੋ ਰਹੀ ਹੈ। ਮਨ ਵਿੱਚ ਮਤ ਹੈਗੀ। ਮਤ ਨੂੰ ਅਸੀਂ ਸਮਝ ਸਕਦੇ ਹਾਂ ਜਿਸ ਅਸੀਂ ਬੋਲਦੇ ਹਾਂ ਗੁਰਮਤ, ਮਨਮਤ, ਸ਼੍ਰੀਮਤ। ਇਹ ਤਿੰਨ ਮਤ ਅਸੀਂ ਸੁਣਦੇ। ਇੱਕ ਹੋਰ ਮਤ ਹੈ ਪਰਮਤ। ਜਦੋਂ ਅਸੀਂ ਮਤ ਦੀ ਗੱਲ ਕਰਦੇ ਹਾਂ, ਮਤਲਬ ਸਾਡਾ ਮਨ ਜਿਹੜਾ ਹੈ ਨਾ ਉਹ ਭਾਂਡਾ ਹੈ, ਕੀ ਉਹਦੇ ਵਿੱਚ ਪਿਆ ਉਸ ਨੂੰ ਅਸੀਂ ਮਤ ਕਹਿੰਦੇ ਹਾਂ। ਬੁੱਧੀ, ਹਿੰਦੀ ਵਿੱਚ ਮਤ ਨੂੰ ਬੁੱਧੀ ਵੀ ਕਹੀ ਜਾਂਦਾ। ਬੁੱਧ ਵਿੱਚ ਕੀ ਹੈ? ਜਿਵੇਂ ਕਿ ਅਸੀਂ ਗੁਰਮਤ ਜੇ ਆਖਿਆ, ਸਾਡੇ ਮਨ ਵਿੱਚ ਗੁਰਮਤ ਹੈ, ਮਤਲਬ ਕਿ ਗੁਰੂ ਦੀ ਗੱਲ ਪੈ ਗਈ ਹੈ। ਪਰ ਜੇ ਅਸੀਂ ਕੁਛ ਕਰਾਂਗੇ ਅਤੇ ਲੋਕ ਕਹਿੰਦੇ ਇਹਨੇ ਮਨਮਤ ਕੀਤੀ ਹੈ। ਮਨਮਤ ਕੀਤੀ ਮਤਲਬ ਉਹਨੇ ਆਪਣੀ ਕੀਤੀ, ਗੁਰੂ ਦੀ ਨਹੀਂ ਕੀਤੀ। ਮਤਲਬ ਜੋ ਉਹਨੂੰ ਚੰਗਾ ਲੱਗਦਾ, ਜੋ ਗੁਰੂ ਤੋਂ ਖਿਲਾਫ ਹੋਏ, ਉਸ ਨੂੰ ਅਸੀਂ ਕਹਾਂਗੇ ਮਨਮਤ। ਮਨ ਦੀ ਮਤ, ਕਿਉਂਕਿ ਇਸ ਵੇਲੇ ਸਾਰੀ ਮਨ ਤਾਂ ਐਕਚੁਅਲੀ ਸ਼ੁੱਧ ਹੈਗਾ, ਪਰ ਅਸੀਂ ਮਨਮਤ ਨੂੰ ਇੱਥੇ ਨੈਗੇਟਿਵ ਕਿਹਾ ਜਾਂਦਾ ਹੈ, ਕਿਉਂਕਿ ਮਨਮਤ ਦਾ ਮਤਲਬ ਹੈ ਕਿ ਅਸੀਂ ਉਸ ਆਤਮਿਕ ਅਵਸਥਾ ਤੋਂ ਦੂਰ ਹੋ ਚੁੱਕੇ ਹੈ। ਅਸੀਂ ਆਪਣੇ ਆਪ ਨੂੰ ਇਸ ਸਰੀਰ ਸਮਝ ਲਿਆ, ਅਤੇ ਇਸ ਵਾਸਤੇ ਉਹ ਮਨ ਇਸ ਸਰੀਰ ਦੇ ਨਾਲ ਜੁੜੀ ਹੈ, ਮਤਲਬ ਬੋਡੀ ਕੌਨਸ਼ੀਅਸ ਵਾਲਾ ਮਨ ਹੈ। ਅਤੇ ਉਸ ਬੋਡੀ ਕੌਨਸ਼ੀਅਸ ਦੇ ਨਾਲ ਫਿਰ 5 ਵਿਕਾਰ ਰੱਜ ਕੇ ਆਉਂਦੇ ਨੇ, ਅਤੇ ਫਿਰ ਅਸੀਂ ਉਸਨੂੰ ਗੁਰੂ ਦੀ ਗੱਲ ਗੁਰਮਤ ਜਾਂ ਸ਼੍ਰੀਮਤ ਨਹੀਂ ਕਹਿ ਸਕਦੇ। ਮਨਮਤ ਜਾਂ ਪਰਮਤ। ਪਰਮਤ ਮਤਲਬ ਪਰਾਇਆ, ਕਿਸੇ ਪਰਾਇਆ ਤੋਂ ਸੁਣੀ ਹੋਈ ਗੱਲ, ਲਈ ਹੋਈ ਗੱਲ, ਉਸ ਨੂੰ ਵੀ ਅਸੀਂ ਨੈਗੇਟਿਵ ਹੀ ਸਮਝਾਂਗੇ। ਪਰਮਤ ਮਤਲਬ ਸਿਰਫ ਸ਼੍ਰੀਮਤ ਜਾਂ ਗੁਰਮਤ ਨੂੰ ਅਸੀਂ ਸਮਝਾਂਗੇ। ਗੁਰਮਤ ਮਤਲਬ ਗੁਰੂਆਂ ਨੇ ਜੋ ਸਾਨੂੰ ਆਖਿਆ, ਮਹਾਨ ਆਤਮਾਵਾਂ ਨੇ ਜੋ ਸਾਨੂੰ ਸਿਖਾਇਆ। ਇੱਥੇ ਗੁਰਮਤ ਐਕਚੁਅਲੀ ਸ਼੍ਰੀਮਤ ਹੀ ਹੈ, ਪਰ ਸ਼੍ਰੀਮਤ ਇੱਕ ਹੋਰ ਲੈਵਲ, ਸ਼੍ਰੀਮਤ ਕਨਫਰਮੇਸ਼ਨ ਹੈ। ਕਿਉਂਕਿ ਗੁਰੂ ਦੀ ਗੱਲ ਨੂੰ ਅਸੀਂ ਬਹੁਤ ਵਾਰੀ ਦੁਨੀਆ ਵਿੱਚ ਅਸੀਂ ਬਹੁਤ ਗੁਰੂ ਧਾਰਨ ਕਰਨੇ ਹਾਂ, ਅਤੇ ਕਈ ਵਾਰੀ ਸਮਝ ਨਹੀਂ ਆਉਂਦੀ ਕਿ ਅਕਾਲ ਪੁਰਖ ਦੀ ਗੱਲ ਹੈ ਕਿ ਗੁਰੂ ਦੀ ਗੱਲ। ਕਿਉਂਕਿ ਗੁਰੂ ਜੋ ਵੀ ਹੈ ਸਰੀਰਕ ਰੂਪ ਵਿੱਚ ਕੋਈ ਕਿਸੇ ਨੂੰ ਅਸੀਂ ਜੇ ਗੁਰੂ ਮੰਨ ਲਈਏ, ਅਤੇ ਸਰੀਰਕ ਰੂਪ ਦੇ ਵਿੱਚ ਆ ਕੇ ਉਸਨੇ ਵੀ ਕਰਮਖੰਡ ਵਿੱਚ ਕਦਮ ਰੱਖਿਆ ਹੋਇਆ। ਇਹਦਾ ਮਤਲਬ ਉਸ ਦੀ ਮਨ ਦੀ ਅਵਸਥਾ ਵੀ ਗਿਰ ਚੁੱਕਿਆ। ਜੋ ਵੀ ਹੈ ਅਕਾਲ ਪੁਰਖ ਵਰਗਾ ਸ਼ੁੱਧ ਤੇ ਨਹੀਂ, ਕਿਉਂਕਿ ਕਰਮਖੰਡ ਵਿੱਚ ਆਉਂਦਿਆਂ ਸਾਰ ਸਾਡਾ ਕਰਮ ਦਾ ਖਾਤਾ ਸ਼ੁਰੂ ਹੋ ਜਾਂਦੇ, ਸਾਡੇ ਮਨ ਬੁੱਧ ਸੰਸਕਾਰ ਗਿਰ ਜਾਂਦੀ ਹੈ। ਲਾਅ ਆਫ ਐਂਟਰੋਪੀ ਮਤਲਬ
ਨਵੀਂ ਚੀਜ਼ ਨਵੀਂ ਨਹੀਂ ਰਹਿੰਦੀ। ਸ਼ੁੱਧ ਆਤਮਾ ਉਸ ਤਰ੍ਹਾਂ 100% ਸ਼ੁੱਧ ਨਹੀਂ ਹੈ, ਅਕਾਲ ਪੁਰਖ ਵਰਗਾ ਤੇ ਨਹੀਂ ਹੈ। ਇਸ ਵਾਸਤੇ ਗੁਰਮਤ ਨੂੰ ਅਸੀਂ ਜੇ ਅਕਾਲ ਪੁਰਖ ਦੇ ਵਚਨ ਨੂੰ ਬੋਲਾਂਗੇ ਅਸੀਂ ਸ਼੍ਰੀਮਤ ਬੋਲਾਂਗੇ, ਮਤਲਬ ਸਭ ਤੋਂ ਸ਼੍ਰੇਸ਼ਟ ਮਤ ਜੋ 100% ਸਹੀ ਹੈ ਉਸਨੂੰ ਅਸੀਂ ਸ਼੍ਰੀਮਤ ਕਹਾਂਗੇ। ਗੁਰਮਤ ਵਰਡ ਗੁਰਬਾਣੀ ਅਨੁਸਾਰ ਠੀਕ ਹੈ, ਵਹੀ ਸ਼੍ਰੀਮਤ ਹੈ। ਲੇਕਿਨ ਦੁਨਿਆਵੀ ਗੱਲਾਂ ਵਿੱਚ ਅਸੀਂ ਕਿ ਉਸ ਗੁਰੂ ਨੇ ਕਹੀ ਹੈ ਉਹ ਗੁਰਮਤ ਹੈ, ਇਸ ਤਰ੍ਹਾਂ ਨਹੀਂ ਅਸੀਂ ਕਹਿ ਸਕਦੇ ਹਾਂ। ਉਹ ਕਿਸੇ ਸਰੀਰ ਕਿਸੇ ਇਨਸਾਨ ਨੇ ਜੇ ਗੱਲ ਆਖੀ ਹੈ ਉਹ ਉਸ ਦੀ ਗੱਲ ਹੈ। ਅਕਾਲ ਪੁਰਖ ਦੀ ਗੱਲ ਅਲੱਗ ਹੈ। ਮੁਰਲੀ ਰਾਹੀਂ ਜਾਂ ਜਪਜੀ ਸਾਹਿਬ ਦੇ ਬਾਣੀ ਰਾਹੀਂ ਅਸੀਂ ਉਸ ਗੱਲ ਨੂੰ ਗੁਰਮੁਖ ਜਾਂ ਗੁਰਮਤ ਜਾਂ ਸ਼੍ਰੀਮਤ ਕਹਿ ਸਕਦੇ ਹਾਂ। ਗੁਰਮੁਖ ਦੀ ਜੋ ਅਸੀਂ ਗੱਲ ਕੀਤੀ ਹੈ ਪਿਛਲੇ ਪੌੜੀਆਂ ਵਿੱਚ, ਉਹ ਗੱਲ ਗੁਰਮਤ ਦੀ ਗੱਲ ਹੈ। ਹੁਣ ਮਤ ਵਿੱਚ ਰਤਨ ਜਵਾਹਰ, ਹੁਣ ਅਸੀਂ ਆਪਣੇ ਮਨ ਦੇ ਮਤ ਜਿਹੜੀ ਹੈ ਨਾ ਇਸ ਨੂੰ ਸ਼੍ਰੀਮਤ ਬਣਾਉਣਾ ਹੈ। ਫਿਰ ਉਹ ਕੀ ਹੈ, ਉਹ ਰਤਨ ਜਵਾਹਰ ਮਨ ਦੇ ਵਿੱਚ ਪਾਇਆ ਅਤੇ ਉਹ ਮਤ ਸ਼੍ਰੇਸ਼ਟ ਹੋ ਗਈ ਹੈ। ਫਿਰ ਉਸ ਨੂੰ ਕਹਾਂਗੇ ਮਨ ਵਿੱਚ ਰਤਨ ਜਵਾਹਰ ਮਾਣਿਕ। ਜੇ ਅਗਰ ਇੱਕ ਗੁਰ ਕੀ ਸਿੱਖ ਸੁਣੀ, ਮਤਲਬ ਗੁਰੂ ਦੀ ਇੱਕ ਇੱਥੇ ਗੁਰ ਬਿਨਾਂ ਓਂਕਾਰ ਦੇ ਅਕਾਲ ਪੁਰਖ ਦੀ ਗੱਲ ਕਰ ਰਹੇ ਨੇ, ਥਰਡ ਪਰਸਨ ਹੈ ਅਤੇ ਕਲੀਅਰ ਹੈ ਕਿ ਅਕਾਲ ਪੁਰਖ ਦੀ ਗੱਲ ਹੈ, ਕੋਈ ਹਸਤੀ ਦੀ ਗੱਲ ਨਹੀਂ। ਇੱਕ ਸੁਣੀ ਸਿੱਖ ਸੁਣੀ, ਇੱਕ ਸਿੱਖਿਆ ਸੁਣੀ, ਇੱਕ ਗੱਲ ਨੂੰ ਫੜ ਲਈ। ਜੇ ਆਪਾਂ ਸਿਰਫ ਇੱਕ ਓਂਕਾਰ ਇੱਕ ਪਰਮਾਤਮਾ ਨੂੰ ਅਸੀਂ ਪਹਿਚਾਣਾਂਗੇ, ਉਸ ਦੀ ਰੂਪ ਉਸ ਦੀ ਹੋਂਦ ਉਹ ਕੀ ਹੈ, ਕਿੱਥੇ ਵਸਦੇ ਨੇ, ਉਸ ਦੀ ਰੋਲ ਕੀ ਹੈ, ਆਪਣੇ ਆਪ ਨੂੰ ਪਹਿਚਾਣਾਂਗੇ। ਮੈਂ ਕੌਣ ਹਾਂ, ਮੈਂ ਆਤਮਾ ਕਿੱਥੇ ਵਸਦੀ ਹਾਂ। ਇਹ ਜੋਤੀ ਬਿੰਦੂ ਬਿੰਦੀ ਲਗਾਇਆ ਤਾਂ ਕਿ ਆਪਣੇ ਆਪ ਨੂੰ ਅਤੇ ਆਪ ਜੀ ਨੂੰ ਵੀ ਧਿਆਨ ਵਿੱਚ ਆਏ ਕਿ ਮੈਂ ਆਤਮਾ। ਫਿਰ ਅਸੀਂ ਉਸ ਨੂੰ ਪਰਮ ਆਤਮਾ ਸਮਝ ਪਾਵਾਂਗੇ, ਖੁਦ ਨੂੰ ਪਹਿਲਾਂ ਆਤਮਾ ਦੇਖਾਂਗੇ। ਔਰ ਇਸ ਮਤਲਬ ਕਿ ਮਨ ਵਿੱਚ ਮਣਿਕ ਇਹ ਵੀ ਹੋ ਸਕਦਾ ਹੈ ਕਿ ਆਤਮਾ ਹੀ ਜਿਹੜੀ ਚਮਕਦੀ ਸਿਤਾਰਾ ਹੈ, ਮਣਕ ਹੈ ਇਸ ਸਰੀਰ ਦੇ ਵਿੱਚ, ਹੀਰਾ ਹੈ। ਕਿਉਂਕਿ ਆਤਮਾ ਤੋਂ ਬਿਨਾਂ ਸਰੀਰ ਕੁਛ ਵੀ ਨਹੀਂ ਹੈ। ਸਰੀਰ ਇੱਕ ਖੂਬਸੂਰਤ ਸਰੀਰ ਜਿਸਦੇ ਅੱਖਾਂ ਦੇ ਨੂਰ ਹੈਗਾ, ਕੰਨ ਦੇ ਸੁਣਨ ਦੀ ਸ਼ਕਤੀ ਹੈਗਾ, ਨੱਕ ਨੂੰ ਸੁੰਘਣ ਦੀ ਸ਼ਕਤੀ ਹੈਗਾ, ਜੀਭ ਨੂੰ ਰਸ ਟੇਸਟ ਕਰਨ ਦੀ ਸ਼ਕਤੀ ਹੈਗਾ, ਬੋਲ ਸਕਦੀ ਹੈ, ਦਿਲ ਧੜਕ ਰਿਹਾ ਹੈ। ਸਾਰੀ ਇੱਕ ਖੂਬਸੂਰਤ ਹੁਕਮ ਵਿੱਚ ਚੱਲ ਰਹੀ ਸਰੀਰ ਇਹ ਤਾਂ ਖੂਬਸੂਰਤ ਹੈ ਕਿਉਂਕਿ ਅੰਦਰ ਮਣਿਕ ਜਗ ਰਹੀ ਹੈ। ਮਨ ਵਿੱਚ ਮਨ ਮਤ ਬੁੱਧ ਇਹ ਸਾਰਾ ਵਿੱਚ ਮਤਲਬ ਹੀ ਮੈਂ ਆਤਮਾ ਖੁਦ ਹੀ ਇੱਕ ਮਣਿਕ ਹਾਂ। ਅਤੇ ਉਸ ਦੀ ਅਤੇ ਆਤਮਾ ਦੀ ਮਨ ਵਿੱਚ ਜੇ ਸਿੱਖਿਆ ਅਕਾਲ ਪੁਰਖ ਦੀ ਸ਼੍ਰੀਮਤ ਆ ਗਈ ਅਤੇ ਉਹ ਡਬਲ ਪਾਵਰਫੁਲ ਹੋ ਜਾਂਦੀ। ਜਿਹੜੀ ਗੱਲ ਅਸੀਂ ਆਤਮਾ ਦੀ ਕੀਤੀ ਹੈ ਕਿ ਆਤਮਾ ਦੀ ਟੂ ਸਾਈਡਸ ਆਫ ਦਾ ਕੋਇਨ ਹੈ, ਉਹ ਜਿਹੜੀ ਲਾਈਫ ਫੋਰਸ ਐਨਰਜੀ ਹੈ ਆਤਮਾ ਦੀ ਆਪਣੀ ਸ਼ਕਤੀ, ਉਹ ਹੈ ਹੀ ਮਣਿਕ, ਉਹ ਹੈ ਹੀ ਰਤਨ ਜਵਾਹਰ, ਉਹ ਹੈ ਹੀ ਪਿਓਰ ਐਨਰਜੀ। ਪਰ ਦੂਜੀ ਸਾਈਡ ਜਿਹੜੀ ਹੈ ਸਾਡੀ ਮਨ ਮਤ ਬੁੱਧ ਹੈ, ਇਹ ਸਾਡੀ ਸੰਸਕਾਰ ਹੈ, ਇਹ ਇਸ ਵੇਲੇ ਗਿਰ ਚੁੱਕੀ ਹੈ। ਇਸ ਨੂੰ ਜੇ ਅਸੀਂ ਗੁਰੂ ਦੀ ਸਿੱਖਿਆ ਨਾਲ ਇਸ ਤਰ੍ਹਾਂ ਪਿਓਰ ਬਣਾਵਾਂਗੇ ਫਿਰ ਦੋਨੋਂ ਸਾਈਡਸ ਆਫ ਦਾ ਕੋਇਨ ਇੱਕਦਮ ਖੂਬਸੂਰਤ ਹੀਰਾ ਬਣ ਜਾਏਗਾ। ਫਿਰ ਆਪਾਂ ਇਸ ਸਰੀਰ ਵਿੱਚ ਆਉਣ ਦਾ ਲਾਭ ਅਤੇ ਇਸ ਸਰੀਰ ਵਿੱਚ ਆਉਣ ਦਾ ਮਕਸਦ ਕੰਪਲੀਟ ਕਰ ਪਾਵਾਂਗੇ। ਅਤੇ ਇਸ ਵਾਸਤੇ ਹਮੇਸ਼ਾ ਆਪਣੇ ਆਤਮਾ ਨੂੰ ਹੀ ਸਮਝਣਾ ਕਿ ਹੀਰਾ ਹੈ, ਕਿਉਂਕਿ ਆਤਮਾ ਇਹ ਮਣਿਕ ਰਤਨ ਨਿਕਲ ਜਾਏ ਇਸ ਸਰੀਰ ਤੋਂ ਅਤੇ ਫਿਰ ਇਹ ਖੂਬਸੂਰਤ ਸਰੀਰ ਕੀ ਹੈ, ਮੁਰਦਾ ਲਾਸ਼। ਮੁਰਦਾ ਲਾਸ਼ ਨੂੰ ਅਸੀਂ ਦੇਖੀਏ ਅਤੇ ਸਿਰਫ ਬੇਜਾਨ ਨਹੀਂ ਹੈਗਾ, ਥੋੜ੍ਹਾ ਚਿਰ ਬਾਅਦ ਬੋ ਆਉਂਦੀ ਹੈ, ਸੜ ਜਾਂਦਾ, ਕਾਲਾ ਹੋ ਜਾਂਦਾ, ਦੇਖਣ ਯੋਗ ਵੀ ਨਹੀਂ ਹੋ ਜਾਂਦਾ, ਕੋਈ ਨੇੜੇ ਨਹੀਂ ਆਉਣਾ ਚਾਹੇਗਾ। ਇੱਕ ਦਿਨ 2 ਦਿਨ ਬਾਅਦ ਇਹ ਮੁਰਦਾ ਲਾਸ਼, ਇਹ ਜੋ ਅਸੀਂ ਦੇਖ ਰਹੇ ਖੂਬਸੂਰਤ
ਇਨਸਾਨ ਚਲਦੀ ਫਿਰਦੀ ਚਮਤਕਾਰ, ਜਿਵੇਂ ਰੋਬੋਟ ਵਿੱਚ ਅਸੀਂ ਬੈਟਰੀ ਪਾਈਏ ਤੇ ਉਹ ਰੋਬੋਟ ਚਲਦੀ ਹੈ, ਬੈਟਰੀ ਤੋਂ ਬਿਨਾਂ ਉਹ ਰੋਬੋਟ ਉੱਥੇ ਹੀ ਖੜੀ ਰਹੇਗੀ, ਕੁਝ ਕੰਮ ਨਹੀਂ ਕਰੇਗੀ। ਇਸੇ ਤਰ੍ਹਾਂ ਇਸ ਸਰੀਰ ਰੂਪੀ ਰੋਬੋਟ ਵਿੱਚ ਇਹ ਮਣਕ ਆਤਮਾ ਵਸਦੀ ਹੈ, ਹੀਰਾ ਆਤਮਾ ਵਸਦੀ ਹੈ, ਤਾਂ ਇਹ ਚੱਲ ਰਹੀ ਹੈ, ਤਾਂ ਇਹ ਸਰੀਰ ਖੂਬਸੂਰਤ ਹੈ, ਤਾਂ ਹੀ ਸਾਡੀ ਅੱਖ, ਸਾਡੀ ਜ਼ਿੰਦਗੀ ਹੈ ਖੇਡਣ ਵਾਸਤੇ। ਰਿਸ਼ਤੇ ਨੇ ਤੇ ਬੱਚੇ ਨੇ, ਫਰੈਂਡਸ ਨੇ, ਰਿਸ਼ਤੇਦਾਰ ਨੇ, ਪਾਰਟੀਆਂ, ਮਿਊਜ਼ਿਕ, ਅਸੀਂ ਇੰਨਾ ਕੁਝ ਕਰ ਰਹੇ ਇਸ ਸਰੀਰ ਵਿੱਚ, ਖੇਡ ਰਹੇ ਹਾਂ, ਮਜ਼ਾ ਲੈ ਰਹੇ ਹਾਂ। ਇਹ ਸਾਰਾ ਕੁਝ ਤਾਂ ਹੋ ਰਿਹਾ ਹੈ ਕਿ ਮੈਂ ਆਤਮਾ ਇਸ ਸਰੀਰ ਦੇ ਵਿੱਚ ਹਾਂ। ਮੈਂ ਆਤਮਾ ਇਸ ਸਰੀਰ ਤੋਂ ਨਿਕਲ ਜਾ, ਫਿਰ ਇਹ ਸਰੀਰ ਦੇ ਨਾਲ ਸਾਰੇ ਸੰਬੰਧ, ਕੋਈ ਵੀ ਹੋ, ਮਾਂ ਬਾਪ, ਭਾਈ ਭੈਣ, ਬੱਚੇ, ਪੋਤੇ ਪੋਤੀ, ਦੋਤਰਾ, ਫਰੈਂਡਸ, ਇਹ ਰੌਣਕ, ਇਹ ਸਾਰਾ ਕੁਝ ਖਤਮ ਹੋ ਜਾਂਦੀ ਹੈ। ਕਿਉਂਕਿ ਆਤਮਾ ਨੂੰ ਸਰੀਰ ਦੀ ਲੋੜ ਹੈਗੀ ਖੇਡਣ ਵਾਸਤੇ। ਸਰੀਰ ਤੋਂ ਬਿਨਾਂ ਆਤਮਾ ਖੇਡ ਨਹੀਂ ਖੇਲ ਰਿਹਾ, ਸਰੀਰ ਤੋਂ ਬਿਨਾਂ ਆਤਮਾ ਕੁਛ ਨਹੀਂ ਕਰ ਰਿਹਾ, ਸਰੀਰ ਤੋਂ ਬਿਨਾਂ ਆਤਮਾ ਇਸ ਦੁਨੀਆ ਵਿੱਚ ਰਹਿ ਹੀ ਨਹੀਂ ਸਕਦੀ। ਸਰੀਰ ਤੋਂ ਬਿਨਾਂ ਆਤਮਾ ਪਰਮ ਧਾਮ ਨਿਵਾਸੀ ਹੈ। ਉਹ ਇਸ ਸਰੀਰ ਵਿੱਚ ਆਉਣ ਤੋਂ ਪਹਿਲਾਂ ਇੱਕ ਵਾਰੀ ਅਸੀਂ ਕਰਮਖੰਡ ਵਿੱਚ ਆ ਜਾਏ, ਇਸ ਮਾਂ ਦੇ ਗਰਭ ਵਿੱਚ ਪੈਦਾ ਹੋ ਜਾਏ, ਉਸ ਤੋਂ ਬਾਅਦ ਅਸੀਂ ਇੱਕ ਸਰੀਰ ਨੂੰ ਛੱਡ ਕੇ ਫਿਰ ਮਾਂ ਦੇ ਗਰਭ ਵਿੱਚ ਚਲੇ ਜਾਵਾਂਗੇ। ਫਿਰ ਨਵੇਂ ਸਿਰੋਂ ਰਿਸ਼ਤੇ ਪਾਵਾਂਗੇ, ਨਵੇਂ ਸਿਰੋਂ ਫਿਰ ਪੜ੍ਹਾਈ ਕਰਨੀ ਪਏਗੀ, ਨਵੇਂ ਸਿਰੋਂ ਫਿਰ ਆਪਣੇ ਆਪ ਨੂੰ ਆਤਮਾ ਸਮਝਣੀ ਪਏਗੀ, ਨਵੇਂ ਸਿਰੋਂ ਫਿਰ ਇਹ ਸਾਰਾ ਖੋਜ ਕਰਨੀ ਪਏਗੀ। ਇਸ ਵਾਸਤੇ ਜ਼ਿੰਦਗੀ ਬਹੁਤ ਕੀਮਤੀ ਹੈ ਅਤੇ ਜ਼ਿੰਦਗੀ ਨੂੰ ਪਿਆਰ ਦੇ ਨਾਲ ਪਕੜ ਕੇ ਰੱਖਿਓ ਅਤੇ ਜ਼ਿੰਦਗੀ ਨੂੰ ਇਹ ਜ਼ਿੰਦਗੀ ਹੈ ਹੀ ਆਤਮਾ ਦੇ ਕਾਰਨ, ਇਸ ਨੂੰ ਸਮਝਣਾ, ਇਸ ਨੂੰ ਫੀਲ ਕਰਨਾ। ਐਵੇਂ ਨਹੀਂ ਬੋਲਣੇ ਮੈਂ ਆਤਮਾ, ਬਲਕਿ ਫੀਲ ਨਾਲ, ਮਹਿਸੂਸ ਦੇ ਨਾਲ। ਜੇ ਗੁਰ ਦੀ ਇਹ ਇੱਕ ਗੱਲ ਵੀ ਅਸੀਂ ਫੜ ਲਈਏ ਕਿ ਮੈਂ ਓਮ ਆਤਮਾ ਅਤੇ ਉਹ ਇੱਕ ਹੈ, ਓਂਕਾਰ ਹੈ, ਅਸੀਂ ਰਲ ਕੇ ਇੱਕ ਓਂਕਾਰ ਹੈ। ਇਸ ਇੱਕ ਓਂਕਾਰ ਦੀ ਇੱਕ ਗੱਲ ਜਾਂ ਮੂਲ ਮੰਤਰ ਦੀ ਕੋਈ ਵੀ ਇੱਕ ਗੱਲ ਨੂੰ ਅਸੀਂ ਸਮਝ ਲਈਏ, ਗੁਰਾ ਇੱਕ ਦੇ ਬੁਝਾਏ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਜਾਏ। ਫਿਰ ਅਸੀਂ ਵਿਸਰਾਂਗੇ ਨਹੀਂ, ਫਿਰ ਅਸੀਂ ਇਸ ਜ਼ਿੰਦਗੀ ਨੂੰ ਸਫਲ ਪਾਵਾਂਗੇ। ਇਸ 6ਵੀਂ ਪੌੜੀ ਨੂੰ ਕੰਪਲੀਟ ਕਰ ਬੈਠੇ ਹਾਂ ਅਸੀਂ। ਆਪ ਜੀ ਦਾ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਸਤਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਮ ਸ਼ਾਂਤੀ।